ਬਿੱਲ ਲਿਆਓ ਤੇ ਇਨਾਮ ਪਾਓ ਸਕੀਮ ਦਾ ਜਿਹੜਾ ਆਗਾਜ਼ ਆ ਪੰਜਾਬ 'ਚ ਹੋਇਆ ਗਾ ਔਰ 1000 ਦੇ ਨੇੜੇ ਜਿਹੜਾ ਹੈਗਾ ਲੋਕਾਂ ਨੇ ਆਪਣੇ ਬਿੱਲ ਅਪਲੋਡ ਕੀਤੇ ਨੇ ਤਾਂ ਕਿ ਅਸੀਂ ਉਹਨਾਂ ਨੂੰ ਇਨਾਮ ਦੇ ਸਕੀਏ। ਲੱਕੀ ਡਰਾ ਕੱਢਾਂਗੇ, ਲੱਕੀ ਡਰਾ ਹਰੇਕ ਮਹੀਨੇ ਨਿਕਲਿਆ ਕਰੂਗਾ, ਉਹਦੇ ਵਿੱਚ 10,000 ਤੱਕ ਦੀ ਅਸੀਂ ਜਿਹੜੀ ਗਰੰਟੀ ਦਿੰਦੇ ਹਾਂ ਕਿ 10,000 ਤੱਕ ਦੇ ਇਨਾਮ ਜਿਹੜੇ ਮਿਲਣਗੇ। ਇਹ ਨਾਮ ਕਿਵੇਂ ਦਵੋਗੇ ਚੀਮਾ ਸਾਹਿਬ? ਤੁਸੀਂ ਸਰਕਾਰੀ ਖਜ਼ਾਨੇ 'ਚ ਦਵੋਗੇ ਜਾਂ ਫਿਰ ਕਿਵੇਂ ਹੈ? ਇਹਦੇ ਉੱਤੇ ਲਗਭਗ 3.50 ਯਾਨੀ 3.5 ਕਰੋੜ ਰੁਪਈਆ ਖਰਚਾ ਆਉਣ ਦੀ ਉਮੀਦ ਆ ਸਾਲਾਨਾ। ਚੀਮਾ ਸਾਹਿਬ, ਤੁਹਾਡੇ ਵਿਰੋਧੀ ਲਗਾਤਾਰ ਕਹਿੰਦੇ ਨੇ ਕਿ ਕਰਜ਼ਾ ਤੁਸੀਂ ਹੋਰ ਚੜਾਤਾ, ਪੰਡ ਸੀਗੀ ਜਿਹੜੀ ਕਰਜ਼ੇ ਦੀ ਉਹ ਹੋਰ ਵੱਡੀ ਕਰ ਦਿੱਤੀ ਹੈ, ਤਾਂ ਉਹ ਭਾਰ ਕੀ ਘਟਾਉਣ ਵੱਲ ਵੀ ਤੁਸੀਂ ਕੋਈ ਅੱਗੇ ਵਧ ਰਹੇ ਹੋ 2027 ਤੱਕ? ਕੀ ਤੁਹਾਡਾ ਕੋਈ ਟੀਚਾ ਰੱਖਿਆ ਹੋਇਆ? ਜਿਸ ਮੈਂ ਸਮਝਦਾ ਬੇਰਹਿਮੀ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਜਿਸ ਬੇਰਹਿਮੀ ਦੇ ਨਾਲ ਉਹਨਾਂ ਨੇ ਕਰਜ਼ਾ ਲਿਆ, ਉਹ ਬਿਲਕੁਲ ਜਿਹੜੀ ਹੈ ਖਤਮ ਹੋ ਚੁੱਕੀ ਆ। ਇੰਡੀਆ ਗੱਠਜੋੜ ਉਹ ਹੋ ਰਿਹਾ ਲਗਾਤਾਰ, ਉੱਥੇ ਆਮ ਆਦਮੀ ਪਾਰਟੀ ਕਾਂਗਰਸ ਪੰਜਾਬ ਦੇ ਵਿੱਚ ਇਸ ਵੇਲੇ ਵਿਰੋਧੀ ਧਿਰ 'ਚ ਹੈ, ਉੱਥੇ ਇਕੱਠੀਆਂ ਨੇ ਤੇ ਸੀਟ ਸ਼ੇਅਰਿੰਗ ਦੇ ਉੱਤੇ ਗੱਲ ਹੋ ਰਹੀ ਹੈ। ਇਸ ਦੇ ਬਾਰੇ ਤੁਹਾਡੀ ਪਾਰਟੀ ਕੀ ਸੋਚ ਰਹੀ ਹੈ? ਮੈਂ ਦਾਅਵੇ ਨਾਲ ਕਹਿਣਾ ਕਿ 13 ਦੇ 13 ਸੀਟਾਂ ਜਿਹੜੀਆਂ ਨੇਗੀਆਂ ਪੰਜਾਬ ਦੀਆਂ ਉਹ ਇੰਡੀਆ ਅਲਾਇੰਸ ਨੂੰ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ। ਵਿਰੋਧੀ ਚਾਹੇ ਕਾਂਗਰਸ ਬੀਜੇਪੀ ਆ, ਚਾਹੇ ਅਕਾਲੀ ਦਲ ਹੈਗਾ, ਚਾਹੇ ਕੋਈ ਹੋਰ ਪਾਰਟੀ ਆ, ਉਹਨਾਂ ਦਾ ਖਾਤਾ ਨਹੀਂ ਪੰਜਾਬ 'ਚ ਖੁੱਲ੍ਹਣਾ। ਇੱਕ ਦੇਸ਼ ਇੱਕ ਚੁਣਾਵ, ਇਹਨੂੰ ਕਿਵੇਂ ਦੇਖਦੇ ਹੋ? ਅਕਾਲੀ ਦਲ ਨੇ ਰੀਜਨਲ ਪਾਰਟੀ ਉਹਨਾਂ ਨੇ ਸਪੋਰਟ ਕਰ ਦਿੱਤੀ ਹੈ। ਅਕਾਲੀ ਦਲ ਆਪਣੇ ਸਿਧਾਂਤ ਛੱਡ ਚੁੱਕਿਆ। ਅਕਾਲੀ ਦਲ ਕਿਸੇ ਸਮੇਂ ਫੈਡਰਲ ਢਾਂਚੇ ਦਾ ਮਦਈ ਹੁੰਦਾ ਸੀ। ਮੈਂ ਸਮਝਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਦੀ ਜਿਹੜੀ ਇੱਕ ਬਚੀ ਖੁਚੀ ਕਦੀ ਸੀਟਾਂ ਨੂੰ ਬਚਾਉਣ ਦੇ ਲਈ ਯਤਨ ਕਰ ਰਹੇ ਨੇ। ਅਕਸਰ ਪੰਜਾਬ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਮੌਜੂਦਾ ਸਰਕਾਰ ਦਾਅਵਾ ਕਰਦੀ ਹੈ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਹੈ। ਮੁੱਖ ਮੰਤਰੀ ਸਾਹਿਬ ਲਗਾਤਾਰ ਸਟੇਜਾਂ ਦੇ ਉੱਤੇ ਭਾਸ਼ਣ ਦਿੰਦੇ ਹੋਏ ਇਹ ਗੱਲ ਆਖਦੇ ਨੇ, ਪਰ ਅਸਲ ਹਕੀਕਤ ਕੀ ਹੈ ਕਿ ਅਸਲ ਦੇ ਵਿੱਚ ਪੰਜਾਬ ਦੇ ਇਸ ਵੇਲੇ ਖਜ਼ਾਨੇ ਦੀ ਤਸਵੀਰ ਕੀ ਹੈ? ਇਹਦੇ ਬਾਰੇ ਗੱਲਬਾਤ ਕਰਦੇ ਹਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਦੇ ਨਾਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ। ਚੀਮਾ ਸਾਹਿਬ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸ਼ੁਕਰੀਆ, ਥੈਂਕ ਯੂ। ਚੀਮਾ ਸਾਹਿਬ, ਕੀ ਹਾਲਤ ਹੈ ਇਸ ਵੇਲੇ ਖਜ਼ਾਨੇ ਦੀ? ਤੇ ਜਦੋਂ ਤੋਂ ਤੁਸੀਂ ਖਜ਼ਾਨਾ ਮੰਤਰੀ ਬਣੇ ਹੋ ਤੇ ਉਸ ਤੋਂ ਬਾਅਦ, ਹਾਲਾਂਕਿ ਮੁੱਖ ਮੰਤਰੀ ਸਾਹਿਬ ਲਗਾਤਾਰ ਕਹਿੰਦੇ ਨੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਲਗਾਤਾਰ ਕਰਜ਼ਾ ਜਿਹੜਾ ਉਹ ਵੱਧਦਾ ਜਾ ਰਿਹਾ, ਖਜ਼ਾਨੇ ਦੀ ਸਥਿਤੀ ਕੀ ਇਸ ਵੇਲੇ ਤੁਸੀਂ ਮੰਨ ਰਹੇ ਹੋ? ਦੇਖੋ, ਮੈਂ ਸਮਝਦਾ ਜਦੋਂ ਕਿਸੇ ਵੀ ਮਨੁੱਖ ਦੀ ਨੀਅਤ ਸਾਫ਼ ਆ, ਜਦੋਂ ਉਹਦੇ ਅੰਦਰ ਇਮਾਨਦਾਰੀ ਆ, ਸਰਕਾਰ ਦੇ ਅੰਦਰ ਇਮਾਨਦਾਰੀ ਆ, ਤਾਂ ਕੋਈ ਵੀ ਚੀਜ਼ ਜਿਹੜੀ ਉਹ ਔਖੀ ਨਹੀਂ ਹੁੰਦੀ। ਸਾਰੀਆਂ ਚੀਜ਼ਾਂ ਸੁਖਾਲੀਆਂ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਠੀਕ ਢੰਗ ਨਾਲ ਹੋ ਸਕਦੀਆਂ ਨੇ। ਪੁਰਾਣੀਆਂ ਸਰਕਾਰਾਂ ਦੀਆਂ ਨੀਤਾਂ ਖਰਾਬ ਸੀ, ਬੇਈਮਾਨ ਸਰਕਾਰਾਂ ਸੀਗੀਆਂ। ਉਹਨਾਂ ਨੇ ਕਦੇ ਵੀ ਕੋਈ ਯਤਨ ਨਹੀਂ ਕੀਤਾ ਕਿ ਸਾਡੇ ਸੂਬੇ ਦੇ ਵਿੱਤੀ ਹਾਲਾਤ ਸੁਧਰਨ। ਕਦੇ ਵੀ ਜਿੱਥੇ ਵੀ ਕਿਤੇ ਲੁੱਟ ਹੁੰਦੀ ਸੀ, ਬਲਕਿ ਉਹਨਾਂ ਨੇ ਲੁੱਟਾਂ ਦੇ ਵਿੱਚ ਹਿੱਸੇ ਪਾਏ। ਉਹਨਾਂ ਨੇ ਜਿੱਥੇ ਵੀ ਕਿਤੇ ਬਰਬਾਦੀ ਹੁੰਦੀ ਸੀ ਸਟੇਟ ਦੀ, ਉਸ ਬਰਬਾਦੀ ਨੂੰ ਹੋਰ ਵਧਾਇਆ। ਸੋ ਸਾਡੀ ਸਰਕਾਰ ਆਉਣ ਤੋਂ ਬਾਅਦ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕੋ ਹੀ ਸੁਨੇਹਾ ਦਿੱਤਾ ਕਿ ਇਮਾਨਦਾਰੀ ਨਾਲ ਕੰਮ ਕਰਨਾ ਗਾ ਔਰ ਲਗਾਤਾਰ ਲੋਕਾਂ ਦੇ ਹੱਕ ਵਿੱਚ ਫੈਸਲੇ ਲੈਣੇ ਨੇਗੇ। ਪੰਜਾਬ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਗਾ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਗਾ। ਸਾਰੇ ਜਿਹੜੇ ਸਾਨੂੰ ਸਿਧਾਂਤ, ਇਹ ਸਲੋਗਨ ਜਿਹੜੇ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿੱਤੇ, ਸੋ ਉਸੇ ਉੱਤੇ ਚੱਲਦਿਆਂ ਲਗਾਤਾਰ, ਜੇ ਮੈਂ ਗੱਲ ਕਰਾਂ ਚਾਹੇ ਉਹ GST ਆ, ਚਾਹੇ ਐਕਸਾਈਜ਼ ਆ, ਜਾਂ ਜਿੰਨੇ ਵੀ ਹੈੱਡ ਨੇ ਜਿੱਥੋਂ ਵੀ ਪੈਸਾ ਆਉਂਦਾ, ਜਿੰਨਾ ਵੀ ਚਾਹੇ ਡਿਪਾਰਟਮੈਂਟਾਂ ਦੇ ਵਿੱਚੋਂ ਪੈਸਾ ਆਉਂਦਾ, ਲਗਾਤਾਰ ਉਹਨਾਂ ਵਿੱਚ ਜਿਹੜਾ ਵਾਧਾ ਹੋ ਰਿਹਾ ਹੈਗਾ। ਜੇ ਮੈਂ GST ਦੀ ਗੱਲ ਕਰਾਂ, ਪਿਛਲੇ 5 ਸਾਲ ਜਦੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ, ਤਾਂ GST ਰਜੀਮ ਸ਼ੁਰੂ ਹੋਈ ਸੀ। ਟੈਕਸ ਜਿਹੜਾ GST ਨਵਾਂ ਲੱਗਣਾ ਸ਼ੁਰੂ ਹੋਇਆ ਸੀਗਾ ਔਰ 5 ਸਾਲ ਸਟੇਟ ਕੰਪਨਸੇਸ਼ਨ ਤੇ ਡਿਪੈਂਡ ਕਰਦਾ ਰਿਹਾ। ਇੱਕ ਵੀ ਸਿਹਤ ਤੇ ਨੇਕ ਯਤਨ ਉਸ ਸਮੇਂ ਦੀ ਸਰਕਾਰ ਨੇ ਨਹੀਂ ਕੀਤੇ, ਬਲਕਿ ਇਹ ਕਹਿ ਕੇ ਪੱਲਾ ਝਾੜ ਲੈਂਦੇ ਸੀ ਜੀ ਖਜ਼ਾਨਾ ਖਾਲੀ ਆ। ਖਜ਼ਾਨਾ ਖਾਲੀ ਕਹਿਣਾ ਬੜਾ ਆਸਾਨ ਉਹਨਾਂ ਨੂੰ ਲੱਗਦਾ ਸੀਗਾ ਕਿ ਖਜ਼ਾਨਾ ਖਾਲੀ ਕਹੋ ਤੇ ਆਪਣੀ ਜ਼ਿੰਮੇਵਾਰੀ ਤੋਂ ਭਾਜੋ। ਉਸ ਤੋਂ ਬਾਅਦ ਸਰਕਾਰ ਆਈ, ਬਿਲਕੁਲ ਲਗਾਤਾਰ ਨਵੀਆਂ ਪਾਲਿਸੀਆਂ ਲੈ ਕੇ ਆਈਆਂ, ਨਵੀਆਂ ਬਹੁਤ ਸਾਰੀਆਂ ਪਾਲਿਸੀਆਂ ਇੰਟਰੋਡਿਊਸ ਕੀਤੀਆਂ। ਐਕਸਾਈਜ਼ ਦੀ ਨਵੀਂ ਪਾਲਿਸੀ ਆਈ, ਹੋਰ ਡਿਪਾਰਟਮੈਂਟਾਂ ਦੀ ਨਵੀਆਂ ਪਾਲਿਸੀਆਂ ਆਈਆਂ ਔਰ ਲਗਾਤਾਰ ਰੈਵਨਿਊ ਜਿਹੜਾ ਹੈਗਾ ਉਹ ਪੰਜਾਬ ਦਾ ਵਧ ਰਿਹਾ। ਔਰ ਇਹੀ ਕਾਰਨ ਹੈ ਕਿ ਅਸੀਂ ਲਗਭਗ 30,000 ਤੋਂ ਉੱਪਰ ਪੰਜਾਬ ਦੇ ਨੌਜਵਾਨ ਰੁਜ਼ਗਾਰ ਦੇ ਚੁੱਕੇ ਹੈਗੇ।
ਪੱਕਾ ਰੁਜ਼ਗਾਰ ਦੇ ਚੁੱਕੇ ਹਾਂ, ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂਗੇ। ਇਸੇ ਤਰ੍ਹਾਂ 13,000 ਤੋਂ ਵੱਧ ਜਿਹੜੇ ਅਧਿਆਪਕ ਸੀਗੇ ਉਹਨਾਂ ਨੂੰ ਪੱਕੇ ਕਰ ਚੁੱਕੇ। ਤਾਂ ਹੋਇਆਗਾ ਜੇ ਸਰਕਾਰ ਦੀ ਨੀਤ ਸਾਫ਼ ਸੀ, ਇਹ ਤਾਂ ਹੋਇਆਗਾ ਜੇ ਇਮਾਨਦਾਰੀ ਸੀਗੀ। ਤਾਂ ਮੈਂ ਸਮਝਦਾਗਾ ਕਿ ਖਜ਼ਾਨਾ ਖਾਲੀ ਨਹੀਂ ਹੈਗਾ, ਖਜ਼ਾਨਾ ਲਗਾਤਾਰ ਖਜ਼ਾਨੇ ਦਾ ਜਿਹੜਾ ਹੈਗਾ ਭਰ ਰਿਹਾ, ਰੈਵਨਿਊ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈਗਾ। ਚੀਮਾ ਸਾਹਿਬ, ਤੁਹਾਡੀ ਸਰਕਾਰ ਜਦੋਂ ਨਹੀਂ ਆਈ ਸੀ ਤੇ ਉਦੋਂ ਤੁਸੀਂ ਵਿਰੋਧੀ ਧਿਰ 'ਚ ਹੁੰਦੇ ਸੀ, ਤੁਸੀਂ ਕਹਿੰਦੇ ਸੀ ਇਹਨੂੰ ਖਜ਼ਾਨਾ ਨਾ ਕੋਈ ਨੂੰ ਪੀਪਾ ਕਹੋ। ਪੀਪੇ ਦੇ ਥੱਲੋਂ ਮੋਹਰਾ ਹੋਇਆ ਸੀ, ਮਘੋਰਾ ਸੀਗਾ, ਉੱਥੋਂ ਪੈਸਾ ਬਾਹਰ ਨਿਕਲ ਰਿਹਾ ਸੀਗਾ, ਉਹ ਮਘੋਰੇ ਨੂੰ ਟਾਕੀ ਤੁਸੀਂ ਲਾ ਲਈ ਹੈ, ਜਾਂ ਫਿਰ ਤੁਹਾਨੂੰ ਲੱਗਦਾ ਹਜੇ ਵੀ ਕਿਤੇ ਨਾ ਕਿਤੇ ਉਹ ਪੀਪੇ ਦੇ ਵਿੱਚੋਂ ਜਾਂ ਖਜ਼ਾਨੇ ਦੇ ਵਿੱਚੋਂ ਕਿਤੇ ਨਾ ਕਿਤੇ ਜਾ ਰਿਹਾ ਹੈ? ਬਿਲਕੁਲ, ਮੈਂ ਜੇ ਤੁਹਾਡੇ ਵਾਲੀ ਭਾਸ਼ਾ 'ਚ ਕਹਾਂ, ਬਿਲਕੁਲ ਉਹ ਟਾਕੀ ਲੱਗ ਚੁੱਕੀ ਆ। ਟਾਕੀਆਂ ਲਾਉਣ ਦਾ ਕੰਮ ਤਾਂ ਜਦੋਂ ਸਰਕਾਰ ਆਈ ਸੀ ਤੁਰੰਤ ਸ਼ੁਰੂ ਹੋ ਗਿਆ ਸੀਗਾ। ਜਿੱਥੇ ਵੀ ਕਿਤੇ ਪੈਸੇ ਦੀ ਲੁੱਟ ਹੁੰਦੀ ਸੀਗੀ ਉਹ ਤੁਰੰਤ ਬੰਦ ਹੋ ਚੁੱਕੀ ਸੀਗੀ। ਉਹ ਸਾਰਾ ਇੱਕ ਰੁਪਇਆ ਹੁਣ ਖਜ਼ਾਨੇ 'ਚ ਆ ਰਿਹਾ ਹੈਗਾ। ਅੱਗੇ ਇਹਨਾਂ ਦੇ ਬੰਦੇ, ਚਾਹੇ ਉਹ ਰੇਤ ਦੇ ਮਾਫੀਏ ਰਾਹੀਂ, ਚਾਹੇ ਉਹ ਲੈਂਡ ਮਾਫੀਏ ਰਾਹੀਂ, ਚਾਹੇ ਟਰਾਂਸਪੋਰਟ ਦੇ ਮਾਫੀਏ ਰਾਹੀਂ, ਚਾਹੇ ਸ਼ਰਾਬ ਦੇ ਮਾਫੀਏ ਰਾਹੀਂ, ਉਹ ਪੈਸਾ ਰਾਸਤੇ 'ਚ ਲੁੱਟ ਲੈਂਦੇ ਸੀਗੇ। ਉਹ ਹੁਣ ਸਾਰਾ ਪੈਸਾ ਇੱਕ ਕਰਕੇ ਖਜ਼ਾਨੇ 'ਚ ਆ ਰਿਹਾ। ਪਹਿਲੀ ਵਾਰ ਹੋਇਆ ਕਿ ਲਗਭਗ ਦੇਖਿਆ ਜਾਵੇ ਤਾਂ 45% ਐਕਸਾਈਜ਼ 'ਚ ਵਾਧਾ ਹੋ ਗਿਆ, 45% ਦਾ ਵਾਧਾ ਰੈਵਨਿਊ ਜਿਹੜਾ ਐਕਸਾਈਜ਼ 'ਚ ਹੋ ਗਿਆ। ਇਸੇ ਤਰ੍ਹਾਂ GST, ਜਦੋਂ ਹਰੇਕ ਮਹੀਨੇ ਦੇ ਅੰਕੜੇ ਦੇਖਦੇ ਹਾਂ ਅਸੀਂ, ਅੱਜ ਹੀ ਮੈਂ ਦੇਖ ਕੇ ਹਟਦੇ ਅਗਸਤ ਦੇ ਅੰਕੜੇ ਐਜ਼ ਪਿਛਲੇ ਸਾਲ ਨਾਲ ਕੰਪੇਅਰ ਕਰਕੇ, ਉਹਦੇ ਵਿੱਚ ਇੱਕ ਵੱਡਾ ਵਾਧਾ ਹੈ। ਜਿਵੇਂ ਨੈਸ਼ਨਲ ਲੈਵਲ 'ਤੇ ਜਿੰਨੀ ਗਰੋਥ ਹੋ ਰਹੀ ਆ, ਉਸ ਤੋਂ ਬਾਅਦ ਸਾਡੇ ਪੰਜਾਬ ਦੀ ਗਰੋਥ ਹੋ ਰਹੀ ਹੈ। ਸੋ ਮੈਂ ਸਮਝਦਾਗਾ ਕਿ ਬੜੇ ਅੱਛੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ, ਉਹ ਖਜ਼ਾਨਾ ਭਰ ਰਹੀ। ਜਦੋਂ ਖਜ਼ਾਨੇ 'ਚ ਪੈਸੇ ਹੋਣਗੇ, ਸਿੱਧੀ ਗੱਲ ਆ ਕਿ ਤੁਹਾਡੇ ਕੋਲ ਪੈਸੇ ਤਾਂ ਹੀ ਤੁਸੀਂ ਖਰਚ ਕਰ ਸਕਦੇ ਹੋਗੇ। ਤਾਂ ਸਾਡੇ ਕੋਲੇ ਹੁਣ ਅਸੀਂ ਪੈਸੇ ਵੀ ਇਕੱਠੇ ਕਰ ਰਹੇ ਹਾਂ, ਤਾਂ ਲੋਕਾਂ ਦੇ ਖਰਚ ਵੀ ਕਰ ਰਹੇ ਹਾਂਗੇ। ਚੀਮਾ ਸਾਹਿਬ, ਯਾਦ ਹੈ ਜਦੋਂ ਸਰਕਾਰ ਬਣੀ ਸੀ, ਸ਼ੁਰੂਆਤ ਦੇ ਦੌਰ 'ਚ ਤੁਸੀਂ ਵੀ ਜਾ ਕੇ ਟਰੱਕਾਂ ਵਾਲਿਆਂ ਨੂੰ ਰੋਕਦੇ ਹੋਏ ਨਜ਼ਰ ਆਏ ਸੀਗੇ, ਛਾਪੇ ਮਾਰਦੇ ਹੋਏ ਨਜ਼ਰ ਆਏ ਸੀਗੇ। ਉਹ ਹੁਣ ਮਾਰਨ ਦੀ ਜ਼ਰੂਰਤ ਨਹੀਂ ਪੈ ਰਹੀ, ਜਾਂ ਫਿਰ ਹੁਣ ਤੁਹਾਨੂੰ ਲੱਗਦਾ ਕਿ ਉਹ ਤੁਹਾਡਾ ਕੰਮ ਨਹੀਂ ਹੈ, ਉਹ ਅਫਸਰਾਂ ਦਾ ਕੰਮ ਹੈ, ਉਹ ਕਰਦੇ ਰਹਿਣ? ਦੇਖੋ, ਬਿਲਕੁਲ ਮੈਂ ਵੀ ਗਰਾਊਂਡ ਦੇ ਉੱਤੇ ਪਿਛਲੇ ਸਾਲ ਉਤਰਿਆ ਸੀਗਾ, ਔਰ ਉਸ ਤੋਂ ਬਾਅਦ ਸਾਡੀਆਂ ਟੀਮਾਂ, ਸਾਡੇ ਸੀਪੂ ਯੂਨਿਟ, ਟੈਕਸ ਇੰਟੈਲੀਜੈਂਟ ਯੂਨਿਟ, ਬਹੁਤ ਸਾਰੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਲਗਾਤਾਰ ਪਿਛਲੇ ਹਫ਼ਤੇ ਅਸੀਂ ਲਗਾਤਾਰ ਡਰਾਈਵ ਚਲਾਈ। ਵੱਡੇ ਪੱਧਰ 'ਤੇ ਅਸੀਂ ਟਰੱਕਾਂ ਨੂੰ ਫੜਿਆ, ਜਾਂ ਜਿੱਥੇ ਚੋਰੀ ਹੁੰਦੀ ਸੀ ਫੜਿਆ। ਸੋ ਬਿਲਕੁਲ ਉਹ ਡਰਾਈਵ ਜਿਹੜੀ ਆ ਉਸੇ ਤਰ੍ਹਾਂ ਜਾਰੀ ਆ। ਅਸੀਂ ਹੁਣ ਵੀ ਇੱਕ ਨਵੀਆਂ ਤੋਂ ਨਵੀਆਂ ਸਕੀਮਾਂ ਲੈ ਕੇ ਆ ਰਹੇ ਹਾਂ ਕਿ ਟੈਕਸ ਦੀ ਕਿਵੇਂ ਕਲੈਕਸ਼ਨ ਵਧਾਉਣੀ ਆ। ਅਸੀਂ ਕੱਲ੍ਹ ਹੀ ਜਿਹੜਾ ਹੈਗਾ ਨਵਾਂ ਕੀਤਾ, ਬਿੱਲ ਲਿਆਓ ਤੇ ਇਨਾਮ ਪਾਓ ਸਕੀਮ ਦਾ ਜਿਹੜਾ ਆਗਾਜ਼ ਆ ਉਹ ਪੰਜਾਬ 'ਚ ਹੋਇਆਗਾ। ਕੱਲ੍ਹ ਇਹ ਪਹਿਲੇ ਦਿਨਾਂ ਦੇ ਅੰਦਰ 17,000 ਬੰਦਿਆਂ ਨੇ ਐਪ ਸਾਡੀ ਡਾਊਨਲੋਡ ਕੀਤੀ, ਔਰ 1,000 ਦੇ ਨੇੜੇ ਬੰਦਿਆਂ ਨੇ ਆਪਣੇ ਬਿੱਲ ਜਿਹੜੇ ਸੀ ਇਨਾਮ ਲੈਣ ਲਈ ਜਿਹੜੇ ਸਾਡੇ ਤੇ ਲੋਡ ਕੀਤੇ ਸਾਡੇ ਪੋਰਟਲ ਤੇ। ਸਕੀਮ ਕੀ ਹੈ? ਸਕੀਮ ਬਾਰੇ ਥੋੜਾ ਦੱਸਿਓ। ਦੇਖੋ, ਬਿੱਲ ਲਿਆਓ ਇਨਾਮ ਪਾਓ ਦਾ ਮਤਲਬ ਹੈ ਕਿ 200 ਰੁਪਏ ਤੋਂ ਵੱਧ ਜਦੋਂ ਤੁਸੀਂ ਖਰੀਦਦਾਰੀ ਕਰਦੇ ਹੋ, ਕੋਈ ਵੀ ਚੀਜ਼ ਖਰੀਦਦੇ ਹੋ, ਤਾਂ ਉਸ ਸਮੇਂ ਤੁਸੀਂ ਬਿੱਲ ਲੈਣਾ ਦਾ ਭੁੱਲੋ। ਬਿੱਲ ਲੈ ਕੇ ਤੁਸੀਂ ਸਾਡੇ ਪੋਰਟਲ ਦੇ ਉੱਤੇ ਜਿਹੜਾ ਲੋਡ ਕਰੋ। ਲੋਡ ਕਰਨ ਤੋਂ ਬਾਅਦ ਤੁਹਾਨੂੰ ਇੱਕ ਜਿਹੜਾ ਨੰਬਰ ਅਲਾਟ ਹੋਊਗਾ, ਉਸ ਤੋਂ ਬਾਅਦ ਇੱਕ ਅਸੀਂ ਲੱਕੀ ਡਰਾ ਕੱਢਾਂਗੇ। ਲੱਕੀ ਡਰਾ ਹਰੇਕ ਮਹੀਨੇ ਨਿਕਲਿਆ ਕਰੂਗਾ। ਉਹਦੇ ਵਿੱਚ 10,000 ਤੱਕ ਦੀ ਅਸੀਂ ਜਿਹੜੀ ਗਰੰਟੀ ਦਿੰਦੇ ਹਾਂ ਕਿ 10,000 ਤੱਕ ਦੇ ਇਨਾਮ ਜਿਹੜੇ ਮਿਲਣਗੇ। ਇਹਦਾ ਬਹੁਤ ਵੱਡਾ ਕਾਰਨ ਹੈ ਕਿ ਜਿੱਥੇ ਟੈਕਸ ਦੀ ਚੋਰੀ ਰੁਕੂਗੀ, ਜਿੱਥੇ ਟੈਕਸ ਦੀ ਚੋਰੀ ਰੁਕੂਗੀ, ਪਾਰਦਰਸ਼ਤਾ ਆਊਗੀ, ਲੋਕਾਂ 'ਚ ਟਰਾਂਸਪੇਰੈਂਸੀ ਆਊਗੀ, ਲੋਕ ਤਾਂ ਵਸਤਾਂ ਖਰੀਦਦੇ ਨੇਗੇ, ਔਰ ਉਹਨਾਂ ਨੂੰ ਮਾੜੀਆਂ ਵਸਤਾਂ ਨਹੀਂ ਮਿਲਣਗੀਆਂ। ਜਦੋਂ ਕਿਸੇ ਜਾਣਗੇ ਬ੍ਰਾਂਡਡ ਚੀਜ਼ ਲੈਣਗੇ ਜਾ ਕੇ, ਤਾਂ ਬਿੱਲ ਹੋਊਗਾ ਤਾਂ ਹੀ। ਜੇ ਕੋਈ ਦੁਕਾਨਦਾਰ ਜਾਂ ਕੋਈ ਵੀ ਵਿਅਕਤੀ ਜਿਹੜਾ ਵੀ ਵਸਤ ਵੇਚਦਾ ਗਾ, ਜੇ ਉਹ ਜਾਲੀ ਜਗ੍ਹਾ ਸਮਾਨ ਵੇਚੂਗਾ ਤਾਂ ਪਤਾ ਲੱਗ ਜੂਗਾ। ਸੋ ਮੈਂ ਸਮਝਦਾ ਕਿ ਵੱਡੇ ਪੱਧਰ 'ਤੇ ਸੁਧਾਰ ਵੀ ਹੋਣਗੇ, ਔਰ ਟੈਕਸ ਦੀ ਕਲੈਕਸ਼ਨ ਵੀ ਵਧੂਗੀ। ਅੱਛਾ, ਪੱਕਾ ਬਿੱਲ ਲੈ ਕੇ ਤੁਹਾਡੇ ਜਿਹੜਾ ਪੋਰਟਲ ਹੈ ਉਹਦੇ ਤੇ ਉਸ ਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਪਏਗਾ? ਬਿਲਕੁਲ, ਪੱਕਾ ਬਿੱਲ ਲੈ ਕੇ ਸਾਡੀ ਐਪ ਦੇ ਉੱਤੇ ਜਾ ਕੇ ਰਜਿਸਟਰ ਜਿਹੜਾ ਵੀ ਕਰੂਗਾ, ਉਹਨੂੰ ਇਮੀਡੀਏਟਲੀ, ਜਿਹੜਾ ਕੱਲ੍ਹ ਅਸੀਂ ਲਾਂਚ ਕੀਤਾ ਸੀਗਾ, ਦੇਖੋ ਤੁਸੀਂ। ਐਪ ਕਿਹੜੀ ਹੈ ਚੀਮਾ ਸਾਹਿਬ? ਮੇਰਾ ਬਿੱਲ ਐਪ ਆ ਜੀ, ਮੈਂ ਤਾਂ ਦਿਖਾ ਦੇਣਾਗਾ। ਆ ਦੇਖੋ, ਕੱਲ੍ਹ ਵੱਡੇ ਪੱਧਰ ਦੇ ਉੱਤੇ ਪੰਜਾਬ 'ਚ ਲਾਂਚ ਹੋਈ ਹੈ ਮੇਰਾ ਬਿੱਲ ਐਪ ਹੋਈ ਹੈ। ਪੂਰੇ ਪੰਜਾਬ ਦੇ ਅੰਦਰ ਕੱਲ੍ਹ ਸਾਰਾ ਦਿਨ ਸਾਡੇ ਅਧਿਕਾਰੀਗਣ ਸਾਰੇ ਜਾਂਦੇ ਰਹੇ ਨੇ। ਉਹਦਾ ਸਾਡਾ ਉਹ ਆ ਜੀ, ਇਸ ਦੇ ਉੱਤੇ ਕੱਲ੍ਹ ਲਗਭਗ 17,000 ਤੋਂ ਉੱਪਰ ਪੰਜਾਬ ਦੇ ਬੰਦੇ ਨੇ ਇਸ ਐਪ ਨੂੰ ਡਾਊਨਲੋਡ ਕੀਤਾ, ਔਰ 1,000 ਦੇ ਨੇੜੇ ਜਿਹੜਾ ਹੈਗਾ ਲੋਕਾਂ ਨੇ ਆਪਣੇ ਬਿੱਲ ਅਪਲੋਡ ਕੀਤੇ ਨੇ, ਤਾਂ ਕਿ ਅਸੀਂ ਉਹਨਾਂ ਨੂੰ ਇਨਾਮ ਦੇ ਸਕੀਏ। ਅਗਲੇ 7 ਅਕਤੂਬਰ ਨੂੰ ਜਿਹੜਾ ਹੈਗਾ ਅਸੀਂ ਪਹਿਲਾ ਜਿਹੜਾ ਇਨਾਮ ਆ ਉਹ ਪੰਜਾਬ 'ਚ ਕੱਢਾਂਗੇ। ਇਹ ਇਨਾਮ ਕਿਵੇਂ ਦਓਗੇ ਚੀਮਾ ਸਾਹਿਬ? ਤੁਸੀਂ ਸਰਕਾਰੀ ਖਜ਼ਾਨੇ 'ਚ ਦਓਗੇ ਜਾਂ ਫਿਰ ਕਿਵੇਂ ਹੈ? ਬਿਲਕੁਲ, ਸਰਕਾਰੀ ਖਜ਼ਾਨੇ 'ਚੋਂ ਇਨਾਮ ਜਾਣਗੇ। ਇਹਦੇ ਉੱਤੇ ਲਗਭਗ 3.50 ਯਾਨੀ 3.5 ਕਰੋੜ ਰੁਪਈਆ ਖਰਚਾ ਆਉਣ ਦੀ ਉਮੀਦ ਆ ਸਾਲਾਨਾ, ਔਰ ਇਹਦੀ ਆਮਦਨ ਜਿਹੜੀ ਹੈ ਇਹਦੇ ਨਾਲ ਬਹੁਤ ਵੱਡੇ ਪੱਧਰ 'ਤੇ ਫੈਲੂਗੀ, ਔਰ ਲੋਕਾਂ 'ਚ ਜਾਗਰੂਕਤਾ ਜਿਹੜੀ ਆ ਉਹ ਵੀ ਵੱਡੇ ਪੱਧਰ 'ਤੇ ਫੈਲੂਗੀ, ਔਰ ਲੋਕ ਟੈਕਸ ਜਿਹੜਾ ਹੈਗਾ, ਜਿਹੜਾ ਟੈਕਸ ਜਿਹੜੀ ਵਸਤਾਂ ਖਰੀਦਣਗੇ ਉਹਦਾ ਟੈਕਸ ਜਿਹੜਾ ਉਹ ਸਟੇਟ ਨੂੰ ਆਊਗਾ। ਨਹੀਂ, ਤੁਸੀਂ ਚਾਹੁੰਦੇ ਹੋ ਕਿ ਵੱਧ ਤੋਂ ਵੱਧ ਲੋਕ ਟੈਕਸ ਪੇ ਕਰਨ ਤੇ ਉਹ ਇਸ ਇਨਾਮ ਦੇ ਜ਼ਰੀਏ ਤੁਹਾਡੇ ਨਾਲ ਰਜਿਸਟਰ ਹੋਣ? ਇਹਦਾ ਮਕਸਦ ਕੀ ਹੈ ਵੈਸੇ?
ਦੇਖੋ ਵੱਧ ਤੋਂ ਵੱਧ ਲੋਕ ਜਦੋਂ ਬਿੱਲ ਲੈਣਗੇ ਤਾਂ ਉਹ ਟੈਕਸ ਕਿਹਦੇ ਕੋਲ ਆਊਗਾ? ਸਟੇਟ ਕੋਲ ਆਊਗਾ। ਸਟੇਟ GST ਸਾਡੇ ਕੋਲ ਆਊਗਾ ਤਾਂ ਸਾਡੀ ਆਮਦਨ ਵਧੂਗੀ ਔਰ ਜਿਹੜਾ ਸਮਾਨ ਖਰੀਦਦੇ ਨੇ ਜਾਲੀ ਫਰਜ਼ੀ ਫਰਮਾਂ ਖਤਮ ਹੋਣਗੀਆਂ ਔਰ ਜਿਹੜਾ ਕੋਈ ਠੱਗੀ ਮਾਰਦਾ ਚੋਰੀ ਕਰਦਾ ਪੈਸੇ ਦੀ ਉਹਦੇ 'ਚ ਜਿਹੜਾ ਹੈਗਾ ਉਹ ਖਤਮ ਹੋਊਗੀ ਪੰਜਾਬ 'ਚ। ਜਿਵੇਂ ਸਰ ਪਿਛਲੇ ਦਿਨੀ ਕੈਬਨਿਟ ਦੇ ਵਿੱਚ ਵੀ ਜ਼ਿਕਰ ਹੋਇਆ ਬੁਟੀਕ ਸੈਂਟਰਸ ਦਾ, ਉਹ ਕੀ ਰੌਲਾ ਕੀ ਹੈ ਜੀ ਉਹ? ਦੇਖੋ ਚਾਹੇ ਬੁਟੀਕ ਸੈਂਟਰ ਨੇ ਚਾਹੇ ਆਈਲੈਟ ਸੈਂਟਰ ਨੇ ਜਾਂ ਕੋਈ ਹੋਰ ਆ, ਜਿੱਥੇ ਵੀ ਟੈਕਸ ਦੀ ਚੋਰੀ ਹੁੰਦੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਸਾਰੇ ਇੱਕ ਪੈਸਾ ਜਿਹੜਾ ਖਜ਼ਾਨੇ 'ਚ ਆਊਗਾ। ਮੈਨੂੰ ਕਾਫੀ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਸੀਗੀਆਂ ਕਿ ਲੇਡੀ ਸੂਟ ਜਿਹੜੇ 50-50 ਹਜ਼ਾਰ ਦੇ 1 ਲੱਖ ਦੇ ਲਹਿੰਗੇ ਜਿਹੜੇ ਵਿਆਹਾਂ ਦੇ ਵਿੱਚ, ਉਹ 10-10 ਲੱਖ ਤੱਕ ਦੇ ਲਹਿੰਗੇ ਜਿਹੜੇ ਵਿਕਦੇ ਨੇਗੇ, ਪਰ ਟੈਕਸ ਜਿਹੜਾ ਉਹ ਸਰਕਾਰ ਨੂੰ ਪੇ ਨਹੀਂ ਹੁੰਦਾ। ਇੰਨੇ ਮਹਿੰਗੇ ਵਿਕਦੇ ਜਿਵੇਂ ਸਰ? ਯਸ, ਪੰਜਾਬ 'ਚ ਵਿਕਦੇ ਨੇਗੇ ਜੀ 10-10 ਲੱਖ ਤੱਕ ਦੇ ਲਹਿੰਗੇ। ਜਿਹੜੇ ਬਾਹਰਲੇ ਦੇਸ਼ਾਂ 'ਚ ਗਏ ਹੋਏ ਸਾਡੇ ਬੱਚੇ ਨੇ ਉਹ ਇੰਨੇ ਮਹਿੰਗੇ ਲਹਿੰਗੇ ਲੈ ਕੇ ਆਪਣੇ ਮੈਰਿਜਸ ਕਰਵਾਉਂਦੇ ਨੇ ਸਾਡੀਆਂ ਕੁੜੀਆਂ। ਸੋ ਬਿਲਕੁਲ ਉਹ ਟੈਕਸ ਨਹੀਂ ਉੱਥੇ ਜਿਹੜਾ ਹੈਗਾ ਪੇ ਹੁੰਦਾ ਸੀਗਾ, ਬਹੁਤ ਘੱਟ ਹੁੰਦਾ ਸੀ, ਰੇਅਰ ਹੁੰਦਾ ਸੀਗਾ। ਤੇ ਹੁਣ ਜਿਹੜਾ ਹੈਗਾ ਉਹਦੇ ਤੇ ਅਸੀਂ ਆਪਣੀ ਸਾਡੀਆਂ ਟੀਮਾਂ ਬਣਾ ਕੇ ਲੈਂਦੇ ਰਹਿੰਗੇ, ਉਸ ਇੱਕ ਪੈਸਾ ਜਿਹੜਾ ਖਜ਼ਾਨੇ 'ਚ ਆਊਗਾ। ਚੀਮਾ ਸਾਹਿਬ, ਜਿਹੜਾ ਆਮ ਪੰਜਾਬੀ ਹੈ ਉਹ ਇਹ ਸੋਚਦਾ ਕਿ ਉੱਦਾਂ ਮੇਰਾ ਟੈਕਸ ਘਟਾ ਕੇ ਮੰਨ ਲਓ 1 ਲੱਖ ਰੁਪਏ ਦਾ ਮੈਂ ਕੋਈ ਸਮਾਨ ਖਰੀਦਿਆ, ਉੱਦਾਂ ਮੈਨੂੰ 5 ਜਾਂ 7 ਹਜ਼ਾਰ 10 ਹਜ਼ਾਰ ਟੈਕਸ ਲੱਗਣਾ। ਹਰ ਇੱਕ ਬੰਦਾ ਚਾਹੁੰਦਾ ਕਿ ਮੇਰਾ 10 ਹਜ਼ਾਰ ਬਚ ਜੇ, ਤੇ ਉਹ ਬਚਾਉਣ ਲਈ ਅਗਲਾ ਟੈਕਸ ਚੋਰੀ ਕਰ ਲੈਂਦਾ। ਤੇ ਉਹ ਜੇ ਮੰਨ ਲਓ ਟੈਕਸ ਚੋਰੀ ਕਰਦਾ, ਫਿਰ ਉਹਦੇ ਤੇ ਤੁਸੀਂ ਹੁਣ ਕੀ ਕਰੋਗੇ? ਉਹਦੇ ਤੇ ਵੀ ਕੋਈ ਤੁਸੀਂ ਸਕੰਜਾ ਕਸਣ ਜਾ ਰਹੇ ਹੋ? ਬਿਲਕੁਲ, ਜਿੱਥੇ ਵੀ ਟੈਕਸ ਚੋਰੀ ਹੁੰਦੀ ਆ, ਕਿਤੇ ਵੀ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਲੈਵਲ ਤੇ ਟੈਕਸ ਦੀ ਚੋਰੀ ਹੁੰਦੀ ਆ, ਉਹ ਖਤਮ ਕਰਨਾ ਸਾਡਾ ਮੁੱਢਲਾ ਫਰਜ਼ ਆ, ਉਹ ਅਸੀਂ ਨਿਭਾ ਰਹੇ ਹਾਂਗੇ। ਜਿਹੜਾ ਵੀ ਸਾਡੀਆਂ ਟੀਮਾਂ ਜਾਂਦੀਆਂ ਨੇ, ਜੇ ਕੋਈ ਇਦਾਂ ਦੀ ਚੋਰ ਬਜ਼ਾਰੀ ਕਰਦਾ ਹੈਗਾ, ਦੁਕਾਨਦਾਰ ਟੈਕਸ ਨਹੀਂ ਦਿੰਦਾ ਜਾਂ ਦੁਕਾਨਦਾਰ ਆਪਦਾ ਬਿੱਲ ਨਹੀਂ ਕੱਟਦਾ, ਉਹਦੇ ਲਈ ਵੀ ਸਾਡਾ ਇੱਕ ਸਿਸਟਮ ਬਣਿਆ ਹੈਗਾ। ਜਿਹੜਾ ਦੁਕਾਨਦਾਰ ਬਿੱਲ ਨਹੀਂ ਕੱਟੂਗਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਹੋਊਗੀ। ਜਿਹੜਾ ਕੰਜ਼ਿਊਮਰ ਜੇ ਦੁਕਾਨਦਾਰ ਬਿੱਲ ਨਹੀਂ ਕੱਟੂਗਾ ਤਾਂ ਉਹਦੇ ਖਿਲਾਫ ਅਸੀਂ ਪਹਿਲਾਂ ਕਾਰਵਾਈ ਕਰਾਂਗੇ। ਸੋ ਇਹ ਸਾਡਾ ਇਸ ਚੀਜ਼ ਨੂੰ ਪ੍ਰਮੋਟ ਕਰਨ ਲਈ ਹੈ ਬਿੱਲ ਲਾਓ ਜੀ। ਬਿੱਲ ਲਾਉਣ ਦਾ ਲੈਣ ਦਾ ਮਤਲਬ ਹੈ ਕਿ ਲੋਕਾਂ ਨੂੰ ਹੋਰ ਜਾਗਰੂਕ ਕਰੀਏ, ਹੋਰ ਪ੍ਰਮੋਟ ਕਰੀਏ ਕਿ ਤੁਸੀਂ ਬਿੱਲ ਲਾਓ ਔਰ ਸਾਨੂੰ ਟੈਕਸ ਦਿਓ। ਟੈਕਸ ਤਾਂ ਕਿਤੇ ਨਾ ਕਿਤੇ ਚੋਰੀ ਹੋ ਜਾਂਦਾ ਨਾ ਜੀ, ਉਹ ਟੈਕਸ ਦੀ ਚੋਰੀ ਅਸੀਂ ਰੋਕਣੀ। ਇੱਕ ਪਿੰਡਾਂ 'ਚ, ਕਸਬਿਆਂ 'ਚ ਜਾਂ ਛੋਟੇ ਸ਼ਹਿਰਾਂ ਦੇ ਵਿੱਚ ਲਗਾਤਾਰ ਲਾਟਰੀ ਦਾ ਸਿਸਟਮ ਸ਼ੁਰੂ ਹੋਇਆ, ਉਹ ਪਿਛਲੇ ਕਈ ਸਾਲਾਂ ਤੋਂ ਤੱਕ ਚੱਲਦਾ ਆ ਰਿਹਾ। ਉਹਦੇ 'ਚ ਹੁੰਦਾ ਕਿ ਠੱਗੀ ਠੋਰੀ ਬਹੁਤ ਹੁੰਦੀ ਹੈ, ਉਹਨੂੰ ਰੋਕਣ ਦੇ ਲਈ ਤੁਹਾਡੀ ਸਰਕਾਰ ਨੇ ਕੀ ਕੀਤਾ ਹੁਣ ਤੱਕ? ਦੇਖੋ, ਲਾਟਰੀ ਜਿਹੜੀ ਗੈਰ ਕਾਨੂੰਨੀ ਲਾਟਰੀ ਆ, ਬਿਲਕੁਲ ਜਿਹੜੀ ਆ ਕਿਸੇ ਵੀ ਲੈਵਲ ਦੇ ਉੱਤੇ ਦੀ ਮਨਜ਼ੂਰੀ ਨਹੀਂ ਦਿੱਤੀ ਹੋਈ ਕਿਤੇ ਵੀ। ਜਿੱਥੇ ਵੀ ਸਾਨੂੰ ਪਤਾ ਲੱਗਦਾ ਕਿ ਗੈਰ ਕਾਨੂੰਨੀ ਲਾਟਰੀ ਪੰਜਾਬ ਚੱਲ ਰਹੀ ਹੈ ਤਾਂ ਤੁਰੰਤ ਸਾਡੇ ਅਧਿਕਾਰੀ ਜਨ ਜਾ ਕੇ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਨੇ। ਬਹੁਤ ਜਗ੍ਹਾ 'ਤੇ ਹੋਇਆ ਸੀ, ਬਹੁਤ ਲਾਟਰੀਆਂ ਜਿਹੜੀਆਂ ਨੇਗੀਆਂ ਇਲੀਗਲ ਗੈਰ ਕਾਨੂੰਨੀ ਚੱਲਦੀਆਂ ਸੀ, ਉਹ ਬੰਦ ਕੀਤੀਆਂ ਨੇਗੀਆਂ। ਔਰ ਸਟੇਟ ਦੀ ਇੱਕ ਲਾਟਰੀ ਹੈਗੀ, ਉਸ ਟੈਂਡਰ ਜਿਹੜਾ ਹੈਗਾ ਦੁਬਾਰਾ ਰੀਟੈਂਡਰ ਕੀਤਾ ਅਸੀਂ, ਨਵਾਂ ਟੈਂਡਰ ਹੋਇਆਗਾ। ਉਹ ਮੈਨੂੰ ਲੱਗਦਾ ਇਸੇ ਹਫ਼ਤੇ ਦੁਬਾਰਾ ਕੰਮ ਜਿਹੜਾ ਉਹ ਸ਼ੁਰੂ ਹੋ ਜਾਊਗਾ। ਸਰਕਾਰੀ ਲਾਟਰੀ ਦੇ ਵਿੱਚ ਅੰਦਰ ਜਿਹੜਾ ਹੈਗਾ ਲੋਕ ਪੈਸਾ ਲਾ ਸਕਦੇ ਨੇ, ਤਾਂ GST ਵੀ ਆਉਂਦਾ, ਟੈਕਸ ਵੀ ਆਉਂਦਾ ਹੈਗਾ। ਜਿਹੜੀਆਂ ਗੈਰ ਕਾਨੂੰਨੀ ਲਾਟਰੀਆਂ ਨੇ ਉਹ ਬਿਲਕੁਲ ਪੰਜਾਬ 'ਚ ਬੰਦ ਨੇਗੇ, ਟੋਟਲ ਬੈਨ ਉਹਨਾਂ ਦੇ ਉੱਤੇ। ਓਕੇ ਚੀਮਾ ਸਾਹਿਬ, ਤੁਹਾਡੇ ਵਿਰੋਧੀ ਲਗਾਤਾਰ ਕਹਿੰਦੇ ਨੇ ਕਿ ਕਰਜ਼ਾ ਤੁਸੀਂ ਹੋਰ ਚੜਾਤਾ, ਪੰਡ ਸੀਗੀ ਜਿਹੜੀ ਕਰਜ਼ੇ ਦੀ ਉਹ ਹੋਰ ਵੱਡੀ ਕਰ ਦਿੱਤੀ ਹੈ। ਤੁਸੀਂ ਇਹ ਵਾਅਦਾ ਕਰਕੇ ਆਏ ਸੀ ਸਰਕਾਰ 'ਚ ਕਿ ਉਸ ਜਿਹੜੀ ਖਜ਼ਾਨੇ ਦੇ ਉੱਤੇ ਜਿਹੜੀ ਇੱਕ ਤਰ੍ਹਾਂ ਦੇ ਨਾਲ ਲੋਕਾਂ ਦੇ ਨਾਲ ਕਰਜ਼ੇ ਦੀ ਭਾਰ ਹੈਗਾ ਉਸ ਨੂੰ ਘਟਾਵਾਂਗੇ, ਤਾਂ ਉਹ ਭਾਰ ਕੀ ਘਟਾਉਣ ਵੱਲ ਵੀ ਤੁਸੀਂ ਕੋਈ ਅੱਗੇ ਵਧ ਰਹੇ ਹੋ 2027 ਤੱਕ? ਕੀ ਤੁਹਾਡਾ ਕੋਈ ਟੀਚਾ ਰੱਖਿਆ ਹੋਇਆ? ਬਿਲਕੁਲ ਜੀ, ਪੁਰਾਣੀਆਂ ਸਰਕਾਰਾਂ ਨੇ ਲਗਭਗ ਪੰਜਾਬ ਦੇ 3 ਲੱਖ ਕਰੋੜ ਦਾ ਕਰਜ਼ਾ, ਚਾਹੇ ਕਾਂਗਰਸ ਪਾਰਟੀ ਆ ਚਾਹੇ ਅਕਾਲੀ ਦਲ BJP, ਉਹਨਾਂ ਨੇ ਚੜਾਇਆ ਸੀ। ਉਹਨੂੰ ਲਗਾਤਾਰ ਅਸੀਂ ਉਹਦਾ ਚਾਹੇ ਵਿਆਜ ਆ ਜਾਂ ਮੂਲਧਨ ਆ ਜਾਂ ਪ੍ਰਿੰਸੀਪਲ ਅਮਾਊਂਟ ਆ, ਉਹ ਲਗਾਤਾਰ ਅਸੀਂ ਵਾਪਸ ਵੀ ਕਰ ਰਹੇ ਹਾਂਗੇ। ਸੋ ਬਿਲਕੁਲ ਸਾਨੂੰ ਕਈ ਜਗ੍ਹਾ 'ਤੇ ਕਰਜ਼ਾ ਵੀ ਲੈਣਾ ਪੈ ਰਿਹਾ, ਪਰ ਲੇਕਿਨ ਪਹਿਲਾਂ ਨਾਲੋਂ ਪੁਰਾਣੀਆਂ ਸਰਕਾਰਾਂ ਨਾਲੋਂ ਜਿਸ ਮੈਂ ਸਮਝਦਾ ਬੇਰਹਿਮੀ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਜਿਸ ਬੇਰਹਿਮੀ ਦੇ ਨਾਲ ਉਹਨਾਂ ਨੇ ਕਰਜ਼ਾ ਲਿਆ, ਉਹ ਬਿਲਕੁਲ ਜਿਹੜੀ ਹੈ ਖਤਮ ਹੋ ਚੁੱਕੀ ਆ। ਹੁਣ ਜਿੱਥੇ ਕਿਤੇ ਨੀਡ ਬੇਸ ਕਿਤੇ ਕੋਈ ਲੋੜ ਆ ਉੱਥੇ ਲੈਂਦੇ ਹਾਂ, ਪਰ ਲੇਕਿਨ ਅਸੀਂ ਲਗਾਤਾਰ ਜਿਹੜਾ ਹੈਗਾ ਉਹ ਕਰਜ਼ੇ ਨੂੰ ਘਟਾਉਣ ਦਾ ਯਤਨ 'ਚ ਸਰਕਾਰ ਲੱਗੀ ਹੋਈ ਆ। ਬਲਕਿ ਰੈਵਨਿਊ ਜਿਹੜਾ ਹੈਗਾ, ਰੈਵਨਿਊ ਵਧਾ ਰਹੇ। ਜਦੋਂ ਰੈਵਨਿਊ ਵਧੂਗਾ, ਜਿਹੜਾ ਮੈਂ ਤੁਹਾਨੂੰ ਦੱਸਿਆ ਪਹਿਲਾਂ, ਜਦੋਂ ਰੈਵਨਿਊ ਵਧੂਗਾ ਤਾਂ ਕਰਜ਼ਾ ਡੈਫੀਨਿਟਲੀ ਘਟੂਗਾ। ਜੇ ਰੈਵਨਿਊ ਘਟੂਗਾ ਤਾਂ ਕਰਜ਼ਾ ਵਧੂਗਾ। ਸੋ ਇਸ ਵਾਰ ਅਸੀਂ ਰੈਵਨਿਊ ਵਧਾ ਰਹੇ ਹਾਂ, ਕਰਜ਼ਾ ਆਪਣੇ ਆਪ ਘਟੂਗਾ ਜੀ। ਚੀਮਾ ਸਾਹਿਬ, ਅਖੀਰ ਦੇ ਵਿੱਚ 1-2 ਪੋਲੀਟੀਕਲ ਸਵਾਲ। ਇੰਡੀਆ ਗੱਠਜੋੜ ਉਹ ਹੋ ਰਿਹਾ ਲਗਾਤਾਰ, ਉੱਥੇ ਆਮ ਆਦਮੀ ਪਾਰਟੀ, ਕਾਂਗਰਸ ਪੰਜਾਬ ਦੇ ਵਿੱਚ ਇਸ ਵੇਲੇ ਵਿਰੋਧੀ ਧਿਰ 'ਚ ਹੈ, ਉੱਥੇ ਇਕੱਠੀਆਂ ਨੇ ਤੇ ਸੀਟ ਸ਼ੇਅਰਿੰਗ ਦੇ ਉੱਤੇ ਗੱਲ ਹੋ ਰਹੀ ਹੈ। ਇਸ ਦੇ ਬਾਰੇ ਤੁਹਾਡੀ ਪਾਰਟੀ ਕੀ ਸੋਚ ਰਹੀ ਹੈ? ਦੇਖੋ, ਕੱਲ੍ਹ ਬਹੁਤ ਸਾਰੀਆਂ ਕਮੇਟੀਆਂ ਦਾ ਗਠਨ ਜਿਹੜਾ ਇੰਡੀਆ ਅਲਾਇੰਸ ਨੇ ਕੀਤਾ ਗਾ, ਉਹਨਾਂ ਸਾਡੇ ਵੀ ਨੁਮਾਇੰਦੇ ਜਿਹੜੇ ਨੇ ਗਏ ਨੇਗੇ। 30 ਸਤੰਬਰ ਤੱਕ ਜਿਹੜੀ ਆ ਉਹ ਰਿਪੋਰਟ ਆਉਣੀ ਹੈ। 30 ਸਤੰਬਰ ਤੱਕ ਸੀਟ ਸ਼ੇਅਰਿੰਗ ਜਿਹੜੀ ਹੋ ਜਾਣੀ ਹੈ। ਅਲਾਇੰਸ ਹੋ ਚੁੱਕਿਆ ਗਾ। ਸੋ ਮੈਂ ਸਮਝਦਾ ਦੇਸ਼ ਦੇ ਅੰਦਰੋਂ BJP ਦਾ ਜਾਣਾ ਤੈਅ ਆ। BJP ਦਾ ਇਸ ਵਾਰ ਲੋਕ BJP ਨੂੰ ਮੂੰਹ ਨਹੀਂ ਲਾਉਣਗੇ, ਕਿਉਂਕਿ ਅੱਜ ਦੇਸ਼ ਦੇ ਅੰਦਰ ਸਭ ਤੋਂ ਵੱਡਾ ਖਤਰਾ ਜਿਹੜਾ ਉਹ BJP ਤੋਂ ਬਣਿਆ ਹੈ। ਦੇਸ਼ ਦੇ ਜਿੰਨੇ ਵੀ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ, ਡੈਮੋਕ੍ਰੇਸੀ ਨੂੰ ਖਤਮ ਕੀਤਾ ਜਾ ਰਿਹਾ। ਹਰ ਰੋਜ਼ ਨਵੇਂ ਤੋਂ ਨਵੇਂ ਜਿਹੜੇ ਨਾਦਰਸ਼ਾਹੀ ਫਰਮਾਨ ਜਾਰੀ ਹੋ ਰਹੇ ਨੇ। ਸੋ ਮੈਂ ਸਮਝਦਾ ਇਸ ਵਾਰ BJP ਦਾ ਜਾਣਾ ਤੈਅ ਆ। ਸੋ ਇੰਡੀਆ ਗੱਠਜੋੜ ਹੈਗਾ
ਉਹ 2024 ਚ ਹਿੰਦੁਸਤਾਨ ਦੇ ਅੰਦਰ ਸਰਕਾਰ ਬਣਾਊਗਾ। ਪੰਜਾਬ 'ਚ ਕਿਵੇਂ ਤੁਰੂਗੇ ਕਾਂਗਰਸੀਆਂ ਨਾਲ? ਉਹ ਤਾਂ ਕਹਿੰਦੇ ਅਸੀਂ ਤੁਹਾਡਾ ਮੂੰਹ ਨਹੀਂ ਦੇਖਣਾ, ਅਸੀਂ ਇੱਕ ਸਟੇਜ ਤੇ ਕਿਵੇਂ ਇਕੱਠੇ ਹੋ ਜਾਵਾਂਗੇ। ਦੇਖੋ, ਜਦੋਂ ਵੱਡਾ ਕੋਈ ਟਾਸਕ ਹੋਵੇ, ਜਦੋਂ ਵੱਡਾ ਗੋਲ ਹੋਵੇ ਤਾਂ ਛੋਟੀਆਂ ਜਿਹੜੀਆਂ ਮਤਭੇਦ ਉਹ ਖਤਮ ਹੋ ਜਾਂਦੇ ਨੇਗੇ। ਸੋ ਅੱਜ ਦੇਸ਼ ਨੂੰ ਖਤਰਾ ਗਾ, ਦੇਸ਼ ਨੂੰ ਬਚਾਉਣਾਗਾ, ਲੋਕਤੰਤਰ ਨੂੰ ਬਚਾਉਣਾਗਾ। ਸੋ ਜਦੋਂ ਲੋਕਤੰਤਰ ਨੂੰ ਬਚਾਉਣ ਦੀ ਗੱਲ ਆ, ਦੇਸ਼ ਨੂੰ ਬਚਾਉਣ ਦੀ ਗੱਲ ਆ, ਤਾਂ ਮੈਂ ਸਮਝਦਾ ਸਾਡੀ ਛੋਟੀਆਂ ਗੱਲਾਂ ਖਤਮ ਕਰਕੇ ਬਿਲਕੁਲ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ, ਜਦੋਂ ਅਲਾਇੰਸ ਹੋ ਚੁੱਕਿਆ, ਜਦੋਂ ਨੈਸ਼ਨਲ ਲੈਵਲ ਤੇ ਅਲਾਇੰਸ ਹੋ ਚੁੱਕਿਆ, ਤਾਂ ਮੈਂ ਸਮਝਦਾ ਜਿਹੜੇ ਪੰਜਾਬ ਦੇ ਸਾਡੇ ਮਾੜੇ ਮੋਟੇ ਮਨਮੁਟਾਵ ਕਾਂਗਰਸੀ ਨੇਤਾਵਾਂ ਨੇ ਉਹ ਖਤਮ ਹੋ ਜਾਣਗੇ ਔਰ ਪੰਜਾਬ ਦੇ ਵਿੱਚ ਇਕੱਠਾ ਅਲਾਇੰਸ ਜਿਹੜਾ ਹੈਗਾ ਗੱਠਜੋੜ ਲੜੂਗਾ। ਔਰ ਮੈਂ ਅੱਜ ਦਾਅਵੇ ਨਾਲ ਕਹਿਣਾ ਕਿ 13 ਦੇ 13 ਸੀਟਾਂ ਜਿਹੜੀਆਂ ਨੇਗੀਆਂ ਪੰਜਾਬ ਦੀਆਂ, ਉਹ ਇੰਡੀਆ ਅਲਾਇੰਸ ਨੂੰ, ਆਮ ਆਦਮੀ ਪਾਰਟੀ ਨੂੰ ਮਿਲਣਗੀਆਂ। ਔਰ ਵਿਰੋਧੀ ਚਾਹੇ ਕਾਂਗਰਸ ਬੀਜੇਪੀ ਆ, ਚਾਹੇ ਅਕਾਲੀ ਦਲ ਹੈਗਾ, ਚਾਹੇ ਕੋਈ ਹੋਰ ਪਾਰਟੀ ਆ, ਉਹਨਾਂ ਦਾ ਖਾਤਾ ਨਹੀਂ ਪੰਜਾਬ 'ਚ ਖੁੱਲ੍ਹਣਾ ਹੈਗਾ। ਇੱਕ ਦੇਸ਼ ਇੱਕ ਚੁਣਾਵ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇੱਕ ਦੇਸ਼ ਇੱਕ ਚੁਣਾਵ ਦੇਸ਼ ਦੇ ਬਹੁਤ ਖਤਰਨਾਕ ਆ। ਦੇਸ਼ ਦੇ ਸੰਘੀ ਢਾਂਚੇ ਲਈ, ਫੈਡਰਲ ਢਾਂਚੇ ਲਈ ਬਹੁਤ ਹੀ ਵੱਡਾ ਬਾਰ ਜਿਹੜਾ ਹੈਗਾ ਉਹ ਬੀਜੇਪੀ ਨੇ ਕੀਤਾ ਹੈਗਾ। ਸੋ ਦੇਸ਼ ਦੇ ਲੋਕ ਇਹਦਾ ਮੂੰਹ ਤੋੜ ਜਵਾਬ ਦੇਣਗੇ। ਇਹ ਜਿਹੜਾ ਆਉਣ ਵਾਲਾ ਐਕਟ ਕਹਿੰਦੇ ਨੇ, ਬਿਲਕੁਲ ਅਸੀਂ ਇਹਨੂੰ ਫੇਲ ਹੋਣ ਦੇ ਵਿੱਚ ਉਹਨੂੰ ਫੇਲ ਕਰਾਂਗੇ। ਔਰ ਜਿਸ ਤਰ੍ਹਾਂ ਅੱਜ ਪੰਜਾਬ ਦੇ ਅੰਦਰ 2022 ਚ ਇਲੈਕਸ਼ਨ ਹੋਈ ਆ, ਇਸੇ ਤਰ੍ਹਾਂ ਹਰਿਆਣਾ 'ਚ 2025 ਚ ਡਿਊ ਆ। ਹੋਰ ਬਹੁਤ ਰਾਜਾਂ ਦੇ ਵਿੱਚ ਬਹੁਤ ਜੋਗ੍ਰਾਫੀਕਲੀ ਸਾਡਾ ਡਿਫਰੈਂਟ ਸਟੇਟ ਹੈਗਾ। ਭਾਸ਼ਾ ਦੇ ਆਧਾਰ 'ਤੇ, ਜੋਗ੍ਰਾਫੀ ਦੇ ਆਧਾਰ 'ਤੇ ਉੱਤੇ ਸਟੇਟਾਂ ਦੀਆਂ ਆਪਣੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੇਗੀਆਂ। ਸੋ ਮੈਂ ਸਮਝਦਾ ਬਿਲਕੁਲ ਪੋਸੀਬਲ ਨਹੀਂ ਹੈਗਾ, ਤਾਂ ਅਸੀਂ ਡਟ ਕੇ ਵਿਰੋਧ ਕਰਦੇ ਹਾਂ, ਇਹਨੂੰ ਪਾਸ ਨਹੀਂ ਹੋਣ ਦੇਵਾਂਗੇ। ਔਰ ਮੈਂ ਸਮਝਦਾ ਇਹ ਬਹੁਤ ਹੀ ਵੱਡਾ ਖਤਰਾ ਜਿਹੜਾ ਉਹ ਡੈਮੋਕ੍ਰੇਸੀ ਦੇ ਲਈ ਬੀਜੇਪੀ ਨੇ ਖੜਾ ਕੀਤਾ ਗਾ। ਪਰ ਅਕਾਲੀ ਦਲ ਨੇ ਰੀਜਨਲ ਪਾਰਟੀ ਉਹਨਾਂ ਨੇ ਸਪੋਰਟ ਕਰ ਦਿੱਤੀ ਹੈ। ਅਕਾਲੀ ਦਲ ਆਪਣੇ ਸਿਧਾਂਤ ਛੱਡ ਚੁੱਕਿਆ। ਅਕਾਲੀ ਦਲ ਕਿਸੇ ਸਮੇਂ ਫੈਡਰਲ ਢਾਂਚੇ ਦਾ ਮਦਈ ਹੁੰਦਾ ਸੀ। ਸਭ ਤੋਂ ਵੱਡਾ ਮਦਈ ਕਿਹਨੂੰ ਕਿਹਾ ਜਾਂਦਾ ਸੀ? ਅਕਾਲੀ ਦਲ ਨੂੰ ਕਿਹਾ ਜਾਂਦਾ ਸੀਗਾ ਕਿ ਸੰਘੀ ਢਾਂਚੇ ਦਾ ਮਦਈ ਕੌਣ ਆ ਜੀ? ਅਕਾਲੀ ਦਲ ਆ। ਮੈਂ ਸਮਝਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ, ਕਿਉਂਕਿ ਅੱਜ ਉਹਦੀ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਚੁੱਕਿਆ, ਉਹ ਸਿਧਾਂਤਾਂ ਦੀ ਪਾਰਟੀ ਤਾਂ ਹੈ ਨਹੀਂ, ਉਹ ਅੱਜ ਉਹ ਪਰਿਵਾਰ ਨੂੰ ਬਚਾਉਣ ਲੱਗੇ ਹੋਏ ਨੇਗੇ। ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਦੀ ਜਿਹੜੀ ਇੱਕ ਬਚੀ ਖੁਚੀ ਇੱਕ ਅੱਧੀ ਸੀਟਾਂ ਨੂੰ ਬਚਾਉਣ ਦੇ ਲਈ ਯਤਨ ਕਰ ਰਹੇ ਨੇ। ਇਸੇ ਲਈ ਉਹਨਾਂ ਨੇ ਸਾਰੇ ਸਿਧਾਂਤ, ਅਕਾਲੀ ਦਲ ਦੇ ਜਿੰਨੇ ਸਿਧਾਂਤ ਹੁੰਦੇ ਸੀ, ਅੱਜ ਉਹ ਸਾਰੇ ਛਿੱਕੇ ਟੰਗ ਤੇ। ਸੋ ਮੈਂ ਸਮਝਦਾ ਇਹ ਬਹੁਤ ਹੀ ਅਕਾਲੀ ਦਲ ਦੇ ਇਤਿਹਾਸ ਦੇ ਅੰਦਰ, ਅਕਾਲੀ ਦਲ ਪਾਰਟੀ ਦੇ ਇਤਿਹਾਸ ਦੇ ਅੰਦਰ ਕੱਲ੍ਹ ਦਾ ਦਿਨ ਜਿਹੜਾ ਉਹ ਸਭ ਤੋਂ ਮੈਂ ਸਮਝਦਾ ਕਾਲਾ ਦਿਨ ਲਿਖਿਆ ਜਾਊਗਾ। ਆਖਰੀ ਸਵਾਲ ਹੈ, ਜਾਖੜ ਸਾਹਿਬ ਕਹਿੰਦੇ ਕਿ ਹੁਣ ਵਿਧਾਨ ਸਭਾ ਦੇ ਵਿੱਚ ਕਾਂਗਰਸ ਤੇ ਅਕਾਲੀਆਂ ਨੂੰ ਸੀਟਾਂ ਇਕੱਠੀਆਂ ਕਰ ਦਿਓ। ਉਹ ਜ਼ਿਕਰ ਵੀ ਕਰਦੇ ਨੇ ਕਿ ਡਿਪਟੀ ਸੀਐਮ ਉਹਨਾਂ ਦਾ ਬਣਾ ਦਿਓ ਕਾਂਗਰਸ ਪਾਰਟੀ ਦਾ। ਦੇਖੋ, ਜਾਖੜ ਸਾਹਿਬ ਲੰਬਾ ਅਰਸਾ ਕਾਂਗਰਸ ਪਾਰਟੀ ਦੇ ਅੰਦਰ ਉਹਨਾਂ ਰਹੇ ਨੇਗੇ। ਮੈਂ ਸਮਝਦਾ ਜਿੰਨੀਆਂ ਵੀ ਉਹਨਾਂ ਨੂੰ ਪੋਲੀਟੀਕਲ ਪੋਸਟਾਂ ਮਿਲੀਆਂ ਨੇ, ਮੈਂਬਰ ਪਾਰਲੀਮੈਂਟ ਜਾਂ MLA ਜਾਂ ਮਿਨਿਸਟਰ ਜਾਂ ਉਹਨਾਂ ਦੇ ਫਾਦਰ ਜਿੰਨੇ ਵੀ ਹੈਗੇ ਸੀ, ਉਹ ਕਾਂਗਰਸ ਪਾਰਟੀ 'ਚ ਰਹੇ ਨੇਗੇ। ਔਰ ਦੂਸਰੀ ਗੱਲ ਇਹ ਆ ਕਿ ਇਹ ਅਲਾਇੰਸ ਜਿਹੜਾ ਉਹ ਨੈਸ਼ਨਲ ਲੈਵਲ 'ਤੇ ਆ, ਇਹ ਸਟੇਟਾਂ ਦਾ ਅਲਾਇੰਸ ਨਹੀਂ ਹੈਗਾ, ਨੈਸ਼ਨਲ ਲੈਵਲ ਦਾ ਅਲਾਇੰਸ ਹੈਗਾ। ਸੋ ਬਿਲਕੁਲ ਜਿਹੜੀ ਪੰਜਾਬ ਦੇ ਅੰਦਰ ਜੋ ਜਿਸ ਤਰ੍ਹਾਂ ਆਪੋਜੀਸ਼ਨ ਦੀ ਭੂਮਿਕਾ ਕਾਂਗਰਸ, ਤੁਹਾਨੂੰ ਮੁਸ਼ਕਲ ਨਹੀਂ ਹੋਏਗੀ ਕਾਂਗਰਸ ਨਾਲ ਇੱਕ ਸਟੇਜ ਸਾਂਝੀ ਕਰਦੇ? ਨਿਭਾਉਂਦੀ ਰਹੂਗੀ। ਹਾਂਜੀ, ਤੁਹਾਨੂੰ ਮੁਸ਼ਕਲ ਨਹੀਂ ਹੋਏਗੀ ਕਾਂਗਰਸ ਨਾਲ ਇੱਕੋ ਸਟੇਜ ਦੇ ਉੱਤੇ ਕਰਦੇ ਹੋ? ਜਿਹੜੇ ਲੀਡਰਾਂ ਨੂੰ ਤੁਸੀਂ ਦਾਗੀ ਕਹਿੰਦੇ ਰਹੇ ਹੋ, ਜੇ ਉਹ ਮੰਨ ਲਓ ਸਟੇਜ ਤੇ ਬੈਠੇ ਹੋਣ, ਉਹਨਾਂ ਲਈ ਪ੍ਰਚਾਰ ਕਰਨਾ ਪੈ ਜਾਏ ਚੀਮਾ ਸਾਹਿਬ ਨੂੰ? ਦੇਖੋ, ਮੈਂ ਸਮਝਦਾ ਜਦੋਂ ਦੇਸ਼, ਫਿਰ ਮੈਂ ਦੁਹਰਾ ਰਿਹਾ ਕਿ ਦੇਸ਼ ਨੂੰ ਬਚਾਉਣ ਦੇ ਲਈ ਛੋਟੇ ਜਿਹੜੀਆਂ ਸਾਡੀਆਂ ਲੜਾਈਆਂ ਝਗੜੇ ਨੇ ਉਹ ਮਿਟਾ ਕੇ ਇੱਕ ਮੰਚ ਤੇ ਅਸੀਂ ਇਕੱਠੇ ਹੋ ਕੇ ਅੱਜ ਦੇਸ਼ ਨੂੰ ਬਚਾਉਣ ਦੀ ਲੋੜ ਆ, ਸੋ ਉਹਦੇ ਲਈ ਇਕੱਠੇ ਹਾਂ। ਬਹੁਤ ਸ਼ੁਕਰੀਆ ਚੀਮਾ ਸਾਹਿਬ, ਸਮਾਂ ਦਿੱਤਾ, ਧੰਨਵਾਦ ਜੀ। ਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ। ਪੰਜਾਬ ਦੀ ਖਜ਼ਾਨੇ ਦੀ ਹਾਲਤ ਤੇ ਦੇਸ਼ ਦੇ ਵਿੱਚ ਇਸ ਵੇਲੇ ਬਣ ਰਹੇ ਸਿਆਸੀ ਹਾਲਾਤਾਂ ਦੇ ਉੱਤੇ ਗੱਲਬਾਤ ਕੀਤੀ ਹੈ। ਤੇ ਇਹ ਸਾਰੀ ਗੱਲਬਾਤ ਦੇ ਉੱਤੇ ਤੁਹਾਡਾ ਕੀ ਕਹਿਣਾ ਤੇ ਤੁਹਾਡੀ ਟਿੱਪਣੀ ਦਾ ਸਾਨੂੰ ਇੰਤਜ਼ਾਰ ਰਹੇਗਾ। ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।